ਦਵਿੰਦਰ ਸਿੰਘ ਵੈਨੀਪਾਲ ਵੱਲੋਂ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ। ਆਪ ਸਭਰਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੀਆਂ ਖਬਰਾਂ ਗੌਰ ਫਰਮਾਉਣ ਵਾਲੀਆਂ ਨੇ, ਤਵੱਜੋ ਦਿਓ। ਤੁਹਾਨੂੰ ਪਤਾ ਕਿ ਬੀਤੇ ਮਹੀਨੇ ਦੀ 25 ਤਰੀਕ ਨੂੰ ਭਾਵ 25 ਮਈ ਨੂੰ ਅਮਰੀਕਾ ਦੇ ਮਿਨੀਐਪੋਲਿਸ ਦੇ ਵਿੱਚ 48 ਵਰ੍ਹਿਆਂ ਦੇ ਜਾਰਜ ਫਲੋਇਡ ਦੀ ਮੌਤ ਹੋਈ, ਪੁਲਿਸ ਹਿਰਾਸਤ ਵਿੱਚ ਹੋਈ। ਉਹਦੇ ਤੋਂ ਬਾਅਦ ਜਿਸ ਤਰ੍ਹਾਂ ਉਹਦੀ ਛੋਟੀ ਧੀ ਧਿਆਣੀ ਨੇ ਕਿਹਾ ਸੀ ਕਿ ਮੇਰੇ ਪਾਪਾ ਨੇ ਦੁਨੀਆ ਬਦਲ ਦਿੱਤੀ, ਉਸ ਦਾ ਅਪਰਾਧਿਕ ਪਿਛੋਕੜ ਸੀ ਜਾਂ ਨਹੀਂ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਪਰ ਇਹ ਗੱਲ ਮੰਨਣੀ ਪਊ ਕਿ ਅਮਰੀਕਾ ਦੇ ਵਿੱਚ ਖਾਸ ਕਰਕੇ ਸਿਆਹ ਭਾਈਚਾਰੇ ਨਾਲ ਜ਼ਿਆਦਤੀਆਂ ਦਾ ਦੌਰ ਸੀ, ਹੈ ਤੇ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਕੁਝ ਤਬਦੀਲੀ ਹੋ ਜਾਵੇ। ਅਸੀਂ ਪੋਜ਼ਿਟਿਵ ਥਾਟ ਦੇ ਨਾਲ ਅੱਗੇ ਵਧ ਰਹੇ ਹਾਂ। ਪਰ ਜਿਸ ਤਰ੍ਹਾਂ ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਜਿਹੜੇ ਨਸਲਵਾਦ ਦੀ ਹਾਮੀ ਭਰਦੇ ਰਹੇ, ਨਸਲਵਾਦ ਦੇ ਮੁਦਈ ਰਹੇ, ਉਹਨਾਂ ਦੇ ਬੁੱਤ ਜਾਂ ਤਾਂ ਲੋਕਾਂ ਨੇ ਪੁੱਟ-ਪੁੱਟ ਨਦੀਆਂ ਨਾਲਿਆਂ ਵਿੱਚ ਸੁੱਟ ਦਿੱਤੇ, ਜਾਂ ਪਟੀਸ਼ਨਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ, ਜਾਂ ਉਹਨਾਂ ਦੇ ਖਿਲਾਫ ਇਸ ਵਕਤ ਵੱਡੇ ਪੱਧਰ ਤੇ ਰੋਸ ਮੁਜ਼ਾਹਰੇ ਹੋ ਰਹੇ ਨੇ ਕਿ ਇਹਨਾਂ ਬੁੱਤਾਂ ਨੂੰ ਹਟਾਇਆ ਜਾਵੇ। ਕੈਨੇਡਾ ਦੇ ਵਿੱਚ ਵੀ ਖਾਸ ਕਰਕੇ ਜਿਹੜਾ ਇੰਡੀਜਨਸ ਭਾਈਚਾਰਾ, ਮੂਲ ਨਿਵਾਸੀ ਨੇ, ਉਹਨਾਂ ਦੇ ਨਾਲ ਕਾਫੀ ਵੱਡੇ ਪੱਧਰ ਦੇ ਉੱਤੇ ਇਸ ਵਕਤ ਨਸਲਵਾਦ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਸਾਹਮਣੇ ਆ ਰਹੀਆਂ। ਪਰ ਇਸ ਤੋਂ ਪਹਿਲਾਂ ਕਿ ਮੈਂ ਬਾਕੀ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂ, ਮੈਂ ਉਸ ਤੋਂ ਪਹਿਲਾਂ ਦੱਸਣਾ ਚਾਹੁੰਦਾ ਹਾਂ ਕਿ ਐਟਲਾਂਟਾ ਦੇ ਵਿੱਚ ਇਸੇ ਤਰ੍ਹਾਂ ਦੀ ਇੱਕ ਖਬਰ ਹੋਰ ਵਾਪਰ ਗਈ। ਉਹ 48 ਵਰ੍ਹਿਆਂ ਦਾ ਸਿਆਹ ਮੂਲ ਦਾ ਨੌਜਵਾਨ ਕਤਲ ਹੋਇਆ ਸੀ। ਇਹ 27 ਵਰ੍ਹਿਆਂ ਦਾ ਵਿਅਕਤੀ ਹੈ ਜਿਸ ਦੀ ਮੌਤ ਪੁਲਿਸ ਹਿਰਾਸਤ ਵਿੱਚ ਹੋ ਗਈ ਹੈ। ਇਹਦੇ ਨਾਲ ਨਾਲ ਵੈਨਕੂਵਰ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਰੋਸ ਮੁਜ਼ਾਹਰੇ ਚੱਲ ਰਹੇ ਨੇ। ਉਹਨਾਂ ਨੇ 3 ਡਿਮਾਂਡਸ ਕੀਤੀਆਂ ਨੇ, ਮੰਗਾਂ ਕੀਤੀਆਂ ਨੇ, ਉਹਦਾ ਮੈਂ ਜ਼ਿਕਰ ਤੁਹਾਡੇ ਨਾਲ ਕਰਾਂਗਾ। ਪਰ ਉਹਦੇ ਤੋਂ ਪਹਿਲਾਂ ਬੇਨਤੀ ਹੈ ਕਿ ਮੇਰਾ ਚੈਨਲ ਵੀ ਤੁਸੀਂ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਵਾਲੀ ਆਪਸ਼ਨ ਵੀ ਦਬਾ ਲਿਓ ਤਾਂ ਕਿ ਪਤਾ ਲੱਗਦਾ ਰਹੇ ਕਿ ਨਵੀਂ ਵੀਡੀਓ ਅਪਲੋਡ ਹੋ ਗਈ ਹੈ। ਇਹਦੇ ਨਾਲ ਨਾਲ ਕੈਨੇਡਾ ਦੇ ਵਿੱਚ 16 ਹਫ਼ਤਿਆਂ ਦੇ ਵਾਸਤੇ CERB, ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ $2000 ਪਰ ਵਿਅਕਤੀ ਨੂੰ, ਜਿਨ੍ਹਾਂ ਦੇ ਕੰਮ ਟੁੱਟ ਗਏ ਸੀ, ਛੁੱਟ ਗਏ ਸੀ ਕੋਵਿਡ-19 ਪੈਂਡੈਮਿਕ ਦੇ ਕਾਰਨ, ਸਰਕਾਰ ਨੇ ਐਲਾਨ ਕੀਤਾ ਸੀ। ਅੱਜ ਉਹਦੇ ਵਿਸਥਾਰ ਦੀ ਗੱਲ ਕੀਤੀ ਹੈ। ਕੈਨੇਡਾ ਸਰਕਾਰ ਵਾਸਤੇ ਇੱਕ ਪਰਖ ਦੀ ਘੜੀ ਆ ਗਈ ਹੈ। ਸਰਕਾਰ ਡਿੱਗ ਸਕਦੀ ਹੈ, ਸਰਕਾਰ ਟੁੱਟ ਸਕਦੀ ਹੈ। ਇਹ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਪਰ ਪਹਿਲਾਂ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਕਿ ਇਸੇ ਵੀਕਐਂਡ ਦੇ ਉੱਤੇ ਹਲੇ ਜਾਰਜ ਫਲੋਇਡ ਦੀਆਂ ਖਬਰਾਂ ਦੀ ਸਿਆਹੀ ਸੁੱਕ ਨਹੀਂ ਰਹੀ। ਲਗਾਤਾਰਤਾ ਦੇ ਨਾਲ ਪ੍ਰਦਰਸ਼ਨ ਜਾਰੀ ਨੇ। ਅਮਰੀਕਾ ਦੇ ਵਿੱਚ ਵੱਡੇ ਪੱਧਰ ਤੇ ਹਿੰਸਕ ਪ੍ਰਦਰਸ਼ਨ ਹੋਏ। ਰਾਸ਼ਟਰਪਤੀ ਟਰੰਪ ਨੂੰ ਬੰਕਰ 'ਚ ਰੋਕਣਾ ਪਿਆ ਸੀ। ਰਾਸ਼ਟਰਪਤੀ ਟਰੰਪ ਨੂੰ ਬਹੁਤ ਵੱਡੀਆਂ ਆਪਣੀਆਂ ਪ੍ਰੈਸ ਕਾਨਫਰੰਸਿਸ ਮੁਲਤਵੀ ਕਰਨੀਆਂ ਪਈਆਂ ਸੀ ਤੇ ਵੱਡੇ ਪੱਧਰ ਤੇ ਉਹਨਾਂ ਨੇ ਕਦਮ ਉਠਾਉਣ ਦੇ ਬਾਰੇ ਆਖਿਆ ਸੀ। ਦੂਸਰੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਗਾਤਾਰ ਕਹਿੰਦੇ ਸੀ ਕਿ ਸਾਨੂੰ ਪੁਲਿਸ ਫੋਰਸ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਕੰਮ ਕਰਨਾ ਚਾਹੀਦਾ ਹੈ। ਉਹਨਾਂ ਦੀਆਂ ਵਰਦੀਆਂ ਦੇ ਉੱਤੇ ਸਾਨੂੰ ਕੈਮਰੇ ਲਾਉਣੇ ਚਾਹੀਦੇ ਨੇ ਤਾਂ ਕਿ ਪਤਾ ਲੱਗੇ ਕਿ ਉਹ ਕਿਹੜਾ ਕੇਸ ਹੈਂਡਲ ਕਰਨ ਗਏ ਸੀ ਤੇ ਉੱਥੇ ਉਹਨਾਂ ਨੇ ਹੈਂਡਲ ਕਿਵੇਂ ਕੀਤਾ। ਪਰ ਆਹ ਖਬਰ ਐਟਲਾਂਟਾ ਦੇ ਵਿੱਚੋਂ ਮਿਲ ਰਹੀ ਹੈ। 27 ਵਰ੍ਹਿਆਂ ਦਾ ਵਿਅਕਤੀ ਬਰੂਕਸ, ਪਤਾ ਲੱਗਿਆ ਕਿ ਵੈਂਡੀਜ਼ ਰੈਸਟੋਰੈਂਟ ਦੇ ਡਰਾਈਵ ਥਰੂ ਦੇ ਵਿੱਚ ਇੱਕ ਵਿਅਕਤੀ ਕਾਰ ਕਰਕੇ ਬੰਦ ਵਿੱਚ ਘਰਾੜੇ ਮਾਰ ਰਿਹਾ, ਸੁੱਤਾ ਪਿਆ। ਹੁਣ ਜਿਹੜੇ ਲੋਕਾਂ ਨੇ ਉੱਥੋਂ ਹੋਰ ਖਾਦ ਖੁਰਾਕ, ਖਾਣਾ ਪਾਣੀ ਲੈਣਾ ਸੀ, ਉਹਨਾਂ ਨੇ ਪੁਲਿਸ ਨੂੰ ਕਾਲ ਕੀਤੀ ਕਿ ਵੈਂਡੀਜ਼ ਰੈਸਟੋਰੈਂਟ ਦੇ ਡਰਾਈਵ ਥਰੂ ਦੇ ਵਿੱਚ ਕੋਈ ਵਿਅਕਤੀ ਸੁੱਤਾ ਪਿਆ ਤੇ ਅੱਗੇ ਪਿੱਛੇ ਆਪਣੀ ਕਾਰ ਕਰ ਨਹੀਂ ਰਿਹਾ। ਪੁਲਿਸ ਕਾਲ ਅਟੈਂਡ ਕਰਨ ਵਾਸਤੇ ਉਸ ਰੈਸਟੋਰੈਂਟ ਤੇ ਪਹੁੰਚੀ। ਆ ਕੇ ਉਸ ਨੂੰ ਜਗਾ ਕੇ ਕਿਹਾ, ਭਾਈ ਤੂੰ ਬਾਕੀਆਂ ਦੇ ਉਹਨਾਂ ਦੀ ਆਜ਼ਾਦੀ ਵਿੱਚ, ਉਹਨਾਂ ਦੇ ਆਉਣ ਜਾਣ ਦੇ ਰਸਤੇ ਵਿੱਚ ਖਲਲ ਕਿਉਂ ਪਾ ਰਿਹਾ ਹੈ? ਕਾਰ ਪਾਸੇ ਕਰ। ਉਹਨੇ ਕਾਰ ਪਾਸੇ ਕਰ ਲਈ। ਸਭ ਕੁਝ ਠੀਕ ਠਾਕ ਚੱਲ ਰਿਹਾ ਸੀ। ਥੋੜ੍ਹੀ ਦੇਰ ਬਾਅਦ ਪੁਲਿਸ ਫੇਰ ਗੇੜਾ ਮਾਰਨ ਆਈ ਕਿ ਦੇਖੀਏ ਸਾਰਾ ਕੁਝ ਠੀਕ ਠਾਕ ਹੈ। ਉਹ ਵਿਅਕਤੀ ਫੇਰ ਹਾਲੇ ਉੱਥੇ ਹੀ ਸੀ। ਪੁਲਿਸ ਨੇ ਵੇਖਿਆ ਕਿ ਵਿਅਕਤੀ ਕਾਰ 'ਚ ਹੀ ਸੌਂ ਰਿਹਾ ਹੈ। ਇਹਦਾ ਬ੍ਰੈਥਲਾਈਜ਼ਰ ਟੈਸਟ ਕਰੀਏ, ਦੇਖੀਏ ਕਿ ਇਹਨੇ ਕੋਈ ਨਸ਼ਾ ਤਾਂ ਨਹੀਂ ਕੀਤਾ ਹੋ, ਕਿਉਂਕਿ ਸ਼ਰਾਬ ਨੇ, ਪੁਲਿਸ ਨੇ ਜਦੋਂ ਪਹਿਲਾਂ ਉਹਦੇ ਨਾਲ ਗੱਲਬਾਤ ਕੀਤੀ, ਲੱਗਿਆ ਕਿ ਕੁਝ ਉਖੜ ਕੇ ਬੋਲ ਰਿਹਾ। ਪੁਲਿਸ ਨੇ ਜਦੋਂ ਯੰਤਰ ਦੇ ਵਿੱਚ ਫੂਕ ਮਰਵਾਈ, ਐਟਲਾਂਟਾ ਦੇ ਵਿੱਚ, ਜਾਰਜੀਆ ਸੂਬੇ ਦੇ ਵਿੱਚ ਜਿੰਨੀ ਮਿਕਦਾਰ ਕੋਈ ਵਿਅਕਤੀ ਅਲਕੋਹਲ ਦੀ ਲੈ ਸਕਦਾ, ਨਸ਼ੇ ਦੀ ਲੈ ਸਕਦਾ, ਉਹ ਡੋਜ਼ ਉਹਦੇ ਖੂਨ ਦੇ ਵਿੱਚ ਉਹਦੇ ਨਾਲੋਂ ਵੱਧ ਸੀ। ਹੁਣ ਜਦੋਂ ਇੱਕ ਵਿਅਕਤੀ ਕਾਰ ਦੀ ਸੀਟ ਤੇ ਬੈਠਾ ਹੈ, ਡਰਾਈਵ ਥਰੂ 'ਚ ਕਾਰ ਸੀ, ਉਹਨੇ ਅੱਗੇ ਪਿੱਛੇ ਵੀ ਕਾਰ ਕੀਤੀ ਹੈ, ਪੁਲਿਸ ਨੇ ਉਹਦੇ ਨਾਲ ਹੋਰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ। ਤੇ ਇਸ ਵਿਅਕਤੀ ਦਾ 27 ਵਰ੍ਹਿਆਂ ਦਾ ਨੌਜਵਾਨ ਬਰੂਕਸ ਹੈ, ਜਿਸ ਦੀ ਪੁਲਿਸ ਦੀਆਂ ਗੋਲੀਆਂ ਲੱਗਣ ਕਾਰਨ ਹੁਣ ਮੌਤ ਹੋ ਗਈ ਹੈ। ਉਹਨੇ ਪੁਲਿਸ ਦੀ ਟੀਜ਼ਰ ਗਨ ਕੱਢੀ, ਭੱਜ ਲਿਆ।
ਜਦ ਪੁਲਿਸ ਨੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਪੁਲਿਸ ਤੇ ਤਾਣ ਦਿੱਤੀ। ਹੁਣ ਇੱਕ ਡਿਬੇਟ ਦੁਨੀਆ ਭਰ 'ਚ ਚੱਲ ਪਈ ਹੈ ਕਿ ਪੁਲਿਸ ਵਾਲੇ ਜ਼ਿਆਦਤੀਆਂ ਕਰਦੇ ਆ। ਆਮ ਤੌਰ ਤੇ ਆਪਾਂ ਕਹਿੰਦੇ ਕਿ ਪੁਲਿਸ ਫੋਰਸ, ਪੁਲਿਸ ਯਾਰ ਬੇਨਤੀਆਂ ਕਰਨ ਵਾਸਤੇ ਥੋੜੀ ਰੱਖੀ ਹੁੰਦੀ ਹੈ। ਪਰ ਹਾਂ, ਇਸ ਗੱਲ ਦੇ ਅਸੀਂ ਹਾਮੀ ਨਹੀਂ, ਜਮਾਂ ਹਾਮੀ ਨਹੀਂ ਕਿ ਪੁਲਿਸ ਨੂੰ ਆਪਣੇ ਹੱਦ ਤੋਂ ਵੱਧ ਫੋਰਸ ਦਾ ਇਸਤੇਮਾਲ ਕਰਨ ਦੀ ਜ਼ਰੂਰਤ ਹੋਣੀ ਚਾਹੀਦੀ ਹੈ। ਪਰ ਜੇਕਰ ਕੋਈ ਵਿਅਕਤੀ ਪੁਲਿਸ ਦਾ ਹਥਿਆਰ ਖੋਹਦਾ ਹੈ, ਪੁਲਿਸ ਦੇ ਉੱਤੇ ਹੀ ਤਾਣ ਦਿੰਦਾ ਹੈ, ਤੇ ਪੁਲਿਸ ਉਹਦੇ ਮੂਹਰੇ ਹੱਥ ਜੋੜੀ ਜਾਵੇ। ਪੁਲਿਸ ਅਫਸਰ ਨੇ ਇੱਕ ਨੇ ਉਹਦੇ ਤੇ ਗੋਲੀਆਂ ਚਲਾਈਆਂ, 3 ਗੋਲੀਆਂ ਚੱਲੀਆਂ। ਇਸ ਵਿਅਕਤੀ ਬਰੁਕਸ ਦੀ ਉਹਨਾਂ 3 ਗੋਲੀਆਂ ਨੇ ਜਾਨ ਲੈ ਲਈ। ਉਹਦੇ ਤੋਂ ਬਾਅਦ ਕੁਦਰਤਨ ਹੁਣ ਇਹ ਸਿਆਹ ਭਾਈਚਾਰੇ ਦਾ ਸੀ, ਕਾਲੇ ਭਾਈਚਾਰੇ ਦਾ ਸੀ। ਹਜੇ ਮਿਨੀਐਪੋਲਿਸ ਦੀ ਘਟਨਾ ਦਾ ਸੇਕ ਘੱਟ ਨਹੀਂ ਹੋਇਆ। ਉਹਨੇ ਭਾਈਚਾਰੇ ਦੇ ਲੋਕਾਂ ਨੇ ਆ ਕੇ, ਉਹ ਰੈਸਟੋਰੈਂਟ ਵਾਲਿਆਂ ਦਾ ਕੋਈ ਕਸੂਰ ਹੀ ਹੈ ਨਹੀਂ, ਰੈਸਟੋਰੈਂਟ ਅੱਗ ਦੇ ਹਵਾਲੇ ਕਰ ਦਿੱਤਾ, ਸਾੜ ਕੇ ਰਾਖ ਕਰ ਦਿੱਤਾ। ਤੇ ਹੁਣ ਉਹਦੇ ਪਰਿਵਾਰਕ ਮੈਂਬਰਾਂ ਨੇ ਹੁਣ ਕੁਝ ਦੇਰ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਕਹਿੰਦੇ ਵੀ ਨੀਡ ਚੇਂਜ। ਮੈਂ ਤੁਹਾਨੂੰ ਇਹ ਦੱਸ ਦਿਆਂ, ਜਦੋਂ ਇਹ ਘਟਨਾ ਵਾਪਰੀ, ਉਸ ਸ਼ਹਿਰ ਦੀ ਜਿਹੜੀ ਪੁਲਿਸ ਚੀਫ ਸੀ, ਇੱਕ ਲੇਡੀ ਸੀ, ਉਹਨਾਂ ਨੇ ਨਾਲ ਦੀ ਨਾਲ ਜਦੋਂ ਦਬਾਅ ਵਧਿਆ ਕਿ ਪੁਲਿਸ ਨੇ ਇੱਕ ਬੰਦਾ ਗੋਲੀ ਨਾਲ ਮਾਰ ਦਿੱਤਾ, ਉਹਨਾਂ ਨੇ ਦੱਸਿਆ ਕਿ ਉਹਨੇ ਸਾਡੀ ਟੀਜ਼ਰ ਗਨ ਖੋਹੀ। ਪੁਲਿਸ ਵਾਲੇ ਨੇ ਪਹਿਲਾਂ ਉੱਤੇ ਟੀਜ਼ਰ ਗਨ ਦਾ ਵੀ ਵਾਰ ਕੀਤਾ, ਪਰ ਜਦੋਂ ਅਸਰ ਕੋਈ ਨਾ ਹੋਇਆ, ਉਹਦੇ ਤੋਂ ਬਾਅਦ ਦੂਸਰੀ ਵਾਰੀ ਉਹਨਾਂ ਨੇ ਗੋਲੀ ਨਾਲ ਉਸ ਵਿਅਕਤੀ ਦਾ ਸ਼ਿਕਾਰ ਕਰ ਦਿੱਤਾ, ਮਾਰ ਦਿੱਤਾ। ਹੁਣ ਪੁਲਿਸ ਚੀਫ ਨੇ ਆਪਣਾ ਅਸਤੀਫਾ ਦੇ ਦਿੱਤਾ, ਤੇ ਜਿਹੜਾ ਡਿਪਟੀ ਚੀਫ ਸੀ, ਜਿਹੜਾ ਹੁਣ ਐਕਟਿੰਗ ਦੇ ਤੌਰ ਤੇ ਚੀਫ ਬਣ ਗਿਆ, ਉਹ ਵਿਅਕਤੀ ਖੁਦ ਸਿਆਹ ਮੂਲ ਦਾ, ਕਾਲੇ ਭਾਈਚਾਰੇ ਨਾਲ ਸੰਬੰਧਿਤ ਹੈ। ਕੁਝ ਹੱਦ ਤੱਕ ਤਾਂ ਲੋਕ ਸ਼ਾਂਤ ਹੋਏ ਨੇ, ਪਰ ਹੁਣ ਡਿਬੇਟ ਇਹ ਉੱਠ ਖੜੀ ਹੋਈ ਹੈ ਕਿ ਪੁਲਿਸ ਵਾਲਿਆਂ ਦੀ ਪਹਿਲੀ ਗੱਲ ਤਾਂ ਡੀਫੰਡਿੰਗ ਕੀਤੀ ਜਾਵੇ, ਇਹਨਾਂ ਦੇ ਪੈਸੇ ਘਟਾਓ। ਇਹ ਇਕੱਲੇ ਅਮਰੀਕਾ 'ਚ ਨਹੀਂ, ਕੈਨੇਡਾ ਵਿੱਚ ਵੀ ਲਹਿਰ ਉੱਠ ਤੁਰੀ ਹੈ ਕਿ ਇਹਨਾਂ ਦੀ ਫੰਡਿੰਗ ਘੱਟ ਕੀਤੀ ਜਾਵੇ, ਇਹਨਾਂ ਦੀਆਂ ਸ਼ਕਤੀਆਂ ਖੋਹੀਆਂ ਜਾਣ। ਦੂਸਰੀ ਜਿਹੜੀ ਗੱਲ ਹੈ ਕਿ ਜਿਹੜੇ ਕਾਲੇ ਭਾਈਚਾਰੇ ਦੇ ਖਿਲਾਫ ਇਹ ਬਦਸਲੂਕੀ ਕਰਦੇ ਨੇ, ਇਹ ਬਦਸਲੂਕੀ ਬੰਦ ਕਰਾਈ ਜਾਵੇ। ਤੀਸਰੀ ਜਿਹੜੀ ਲੋਕ ਡਿਮਾਂਡ ਕਰ ਰਹੇ ਨੇ ਉਹ ਇਹ ਹੈ ਕਿ ਸਿਆਹ ਭਾਈਚਾਰੇ ਦੇ ਲੋਕ, ਕਾਲੇ ਭਾਈਚਾਰੇ ਦੇ ਲੋਕ ਜਿੰਨੇ ਅੱਜ ਤੱਕ ਪੁਲਿਸ ਹਿਰਾਸਤ ਵਿੱਚ ਮਰੇ ਨੇ ਜਾਂ ਪੁਲਿਸ ਵੱਲੋਂ ਮਾਰੇ ਗਏ ਨੇ, ਉਹਨਾਂ ਤੇ ਪੁਲਿਸ ਅਫਸੋਸ ਪ੍ਰਗਟ ਕਰੇ ਤੇ ਮਾਫੀ ਮੰਗੇ। ਹੁਣ ਆਹ 3 ਮੰਗਾਂ ਨੂੰ ਲੈ ਕੇ ਦੁਨੀਆ ਭਰ 'ਚ ਪ੍ਰੋਟੈਸਟ ਹੋ ਰਹੇ ਨੇ। ਵੈਨਕੂਵਰ ਦੇ ਵਿੱਚ ਬੀਤੇ 3 ਦਿਨਾਂ ਤੋਂ ਡਾਊਨਟਾਊਨ ਘੇਰੀ ਬੈਠੇ ਆ। ਅੱਜ ਸਵੇਰੇ 7 ਵਜੇ ਪੁਲਿਸ ਵਾਲਿਆਂ ਨੇ ਜਾ ਕੇ ਉਹਨਾਂ ਨੂੰ ਪਾਸੇ ਕੀਤਾ। ਹੁਣ ਪੁਲਿਸ ਵਾਲੇ ਇਸ ਵਕਤ ਬੜੇ ਔਖੇ ਦੌਰ 'ਚੋਂ ਲੰਘ ਰਹੇ ਨੇ। ਹੁਣ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਜਦੋਂ ਕਿਸੇ ਕਾਲ ਤੇ ਜਾਂਦੇ ਨੇ ਕਿ ਕੀ ਅਸੀਂ ਇਹਨਾਂ ਦੇ ਨਾਲ, ਕਿਉਂਕਿ ਹੁਣ ਜਦੋਂ ਪੁਲਿਸ ਵਾਲੇ ਜਾ ਰਹੇ ਨੇ, ਉਹਨਾਂ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਕਿ ਅੱਗੋਂ ਕਿਸੇ ਵਿਅਕਤੀ ਨੂੰ ਉਹਦੇ ਨਾਲ ਹੱਥੋਂ ਪਾਈ ਹੋ ਜਾਣਾ, ਕਿਸੇ ਨੇ ਹਥਿਆਰ ਤਾਣ ਲੈਣਾ, ਜਾਂ ਉਹਨਾਂ ਦਾ ਹੀ ਹਥਿਆਰ ਖੋਹ ਕੇ ਉਹਨਾਂ ਦੇ ਉੱਤੇ ਹਥਿਆਰ ਤਾਣ ਲੈਣਾ। ਹੁਣ ਪੁਲਿਸ ਵਾਲੇ ਬੜੀ ਦੁਚਿੱਤੀ ਵਿੱਚ ਨੇ। ਮੈਂਟਲ ਹੈਲਥ ਦੀਆਂ ਬੜੀਆਂ ਪ੍ਰੋਬਲਮਸ ਉਹਨਾਂ ਨੂੰ ਆ ਰਹੀਆਂ ਨੇ ਕਿ ਅਸੀਂ ਪੁਲਿਸ ਫੋਰਸ ਵਾਲੇ ਹਾਂ, ਜਦੋਂ ਅਸੀਂ ਉਹਨਾਂ ਨੂੰ ਘੇਰ ਨਹੀਂ ਸਕਦੇ, ਕੁਝ ਕਹਿ ਨਹੀਂ ਸਕਦੇ, ਹਥਿਆਰ ਤਾਣ ਨਹੀਂ ਸਕਦੇ, ਤੇ ਫਿਰ ਅਸੀਂ ਕਰੀਏ ਤਾਂ ਕੀ ਕਰੀਏ। ਪਰ ਆਹ ਬਰੂਕਸ ਦੀ ਮੌਤ ਤੋਂ ਬਾਅਦ ਇੱਕ ਵਾਰੀ ਫਿਰ ਵੱਡਾ ਸਵਾਲ ਉੱਠ ਕੇ ਸਾਹਮਣੇ ਆ ਗਿਆ ਕਿ ਹੁਣ ਕੀ ਕੀਤਾ ਜਾਵੇ। ਇਹਦੇ ਨਾਲ ਨਾਲ ਜਿਹੜੀ ਅਗਲੀ ਖਬਰ ਹੈ ਉਹ ਮੈਂ ਤੁਹਾਡੇ ਨਾਲ ਇਹ ਸਾਂਝੀ ਕਰਨੀ ਚਾਹੁੰਦਾ ਕਿ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰੈਸ ਬਰੀਫਿੰਗ ਦੇ ਵਿੱਚ ਦੱਸ ਦਿੱਤਾ ਹੈ ਕਿ ਅਸੀਂ ਸਰਵ ਪ੍ਰੋਗਰਾਮ ਦੇ ਵਿੱਚ ਕੁਝ ਹੋਰ ਤਬਦੀਲੀਆਂ ਕਰਨ ਜਾ ਰਹੇ ਹਾਂ, ਕਿਉਂਕਿ ਜਿਸ ਦਿਨ ਇਸ ਪ੍ਰੋਗਰਾਮ ਦੀ ਸ਼ੁਰੂਆਤ ਅਨਾਉਂਸਮੈਂਟ ਹੋਈ ਸੀ, ਹਰ ਇੱਕ ਵਿਅਕਤੀ ਵਾਸਤੇ 16 ਹਫ਼ਤੇ, ਹਰ ਇੱਕ ਤੋਂ ਭਾਵ ਜਿਨ੍ਹਾਂ ਦੇ ਕੰਮ ਟੁੱਟ ਗਏ, ਕੰਮ ਛੁੱਟ ਗਏ, ਕੰਮ ਬੰਦ ਹੋ ਗਏ, ਜਾਂ ਕੋਈ ਘਰ ਦੇ ਵਿੱਚ ਵਿਅਕਤੀ ਸੀ ਕੋਵਿਡ ਪੈਂਡੈਮਿਕ ਤੋਂ 19 ਤੋਂ ਪ੍ਰਭਾਵਿਤ ਹੋ ਗਿਆ, ਉਹਦੀ ਦੇਖ ਰੇਖ ਕਰਨੀ ਸੀ, ਜਾਂ ਕਿਸੇ ਦੇ ਬੱਚੇ ਸਕੂਲ ਜਾਂਦੇ ਸੀ, ਬੱਚਿਆਂ ਦੇ ਸਕੂਲ ਬੰਦ ਨੇ, ਬੱਚੇ ਘਰ ਨੇ, ਉਹਨਾਂ ਨੂੰ ਸੰਭਾਲਣ ਵਾਸਤੇ ਘਰ ਰਹਿਣਾ ਪੈ ਗਿਆ, ਉਹਨਾਂ ਵਾਸਤੇ ਇਹ ਜਿਹੜੀ ਸਰਵ ਪ੍ਰੋਗਰਾਮ ਦੇ ਵਿੱਚ $2000 ਮਿਲ ਰਿਹਾ ਸੀ। ਪਰ ਹੁਣ ਸਰਕਾਰ ਨਾਲ ਨਾਲ ਇਹ ਵੀ ਚਾਹੁੰਦੀ ਸੀ ਕਿ ਕੁਝ ਕੁ ਲੋਕ ਦੁਬਾਰਾ ਕੰਮ ਤੇ ਜਾਣ, ਇਕੋਨਮੀ ਤੁਰੇ, ਇਸ ਕਰਕੇ ਉਹਨਾਂ ਨੇ 75% ਵੇਜ ਸਬਸਿਡੀ ਬਹੁਤ ਸਾਰੀਆਂ ਕੰਪਨੀਆਂ ਨੂੰ ਦੇਣੀ ਸ਼ੁਰੂ ਕਰ ਦਿੱਤੀ ਜਿਹੜੀਆਂ ਕੁਆਲੀਫਾਈ ਕਰਦੀਆਂ ਸੀ। ਪਰ ਅੱਜ ਇੱਕ ਵਾਰੀ ਫੇਰ ਕੈਨੇਡੀਅਨ ਸਰਕਾਰ ਦੀ ਪਰਖ ਹੈ ਇਸ ਮਾਮਲੇ ਤੇ। ਸਰਕਾਰ ਟੁੱਟਣ ਦੀ ਕਗਾਰ ਤੇ ਖੜੀ ਹੈ, ਕਿਉਂਕਿ 13 ਸੀਟਾਂ ਘੱਟ ਨੇ ਬਹੁਮਤ ਦੇ ਨਾਲੋਂ। ਕਿਸੇ ਵੀ ਬਿੱਲ ਨੂੰ ਪਾਸ ਕਰਵਾਉਣਾ ਪਾਰਲੀਮੈਂਟ ਦੇ ਵਿੱਚ, ਉਹਨੂੰ ਐਨਡੀਪੀ ਪਾਰਟੀ, ਬਲਾਕ ਕਿਊਬਿਕਾ ਜਾਂ ਕੰਜ਼ਰਵੇਟਿਵ, ਕਿਸੇ ਇੱਕ ਪਾਰਟੀ ਦੇ ਸਮਰਥਨ ਦੀ ਸਪੋਰਟ ਦੀ ਜ਼ਰੂਰਤ ਹੈ। ਪਰ ਅੱਜ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਹਿ ਦਿੱਤਾ ਕਿ ਜੇਕਰ ਕੈਨੇਡਾ ਨੇ $87 ਬਿਲੀਅਨ ਵਾਲਾ ਇਹ ਪੈਕੇਜ ਪਾਸ ਕਰਵਾਉਣਾ ਹੈ, ਸਾਡੀ ਸਪੋਰਟ ਦੀ ਟਰੂਡੋ ਨੂੰ ਜ਼ਰੂਰਤ ਹੈ, ਤਾਂ ਪਹਿਲਾਂ ਸਰਵ ਪ੍ਰੋਗਰਾਮ ਦੇ ਵਿੱਚ ਵਾਧਾ ਕਰੇ। ਹੁਣ ਸਮੱਸਿਆ ਇੱਥੇ ਆ ਕੇ ਖੜੀ ਹੋ ਗਈ ਹੈ। ਹੋ ਸਕਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾ ਚਾਹੁੰਦੇ ਹੋਣ ਕਿ ਸਰਵ ਪ੍ਰੋਗਰਾਮ ਨੂੰ ਹੋਰ ਅੱਗੇ ਜਾਰੀ ਰੱਖਿਆ ਜਾਵੇ,
ਪਰ ਹੁਣ ਸਰਕਾਰ ਬਚਾਉਣੀ ਪੈਣੀ ਹੈ। ਇੱਕ ਪਾਰਟੀ ਦੇ ਸਮਰਥਨ ਦੀ ਜ਼ਰੂਰਤ ਹੈ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਸਰਵ ਪ੍ਰੋਗਰਾਮ ਦੇ ਵਿੱਚ ਵਾਧਾ ਹੋਏਗਾ, ਪਰ ਵਾਧਾ ਕਿਹੜੇ ਤਰੀਕੇ ਨਾਲ ਕਰਦੇ ਨੇ? ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਅਨਾਉਂਸਮੈਂਟ ਇਹ ਕਰ ਦਿੱਤੀ ਹੈ ਕਿ ਜਿਹੜੇ ਪ੍ਰੋਗਰਾਮ ਅਸੀਂ ਸ਼ੁਰੂ ਕੀਤੇ ਸੀ ਜੈਨੂਅਨ ਲੋਕਾਂ ਤੱਕ ਪੁੱਜਦੇ ਰਹਿਣਗੇ। ਜਿਹੜੇ ਵਿਅਕਤੀਆਂ ਦਾ ਹਾਲੇ ਵੀ ਕੰਮ ਨਹੀਂ ਚੱਲਿਆ ਜਾਂ ਜਿਨ੍ਹਾਂ ਦੇ ਕੰਮ ਬੰਦ ਹੀ ਹੋ ਗਏ ਪੱਕੇ ਤੌਰ ਤੇ, ਉਹਨਾਂ ਨੂੰ ਇਹ ਪ੍ਰੋਗਰਾਮ ਮਿਲਦਾ ਰਹੇਗਾ। ਹੋ ਸਕਦਾ ਕਿ ਜਿਹੜੇ ਪ੍ਰੋਗਰਾਮ ਦੇ ਅਧੀਨ 4-4 ਮਹੀਨੇ ਵੀ ਲੋਕਾਂ ਨੂੰ ਪੈਸੇ ਲੈਂਦਿਆਂ ਨੂੰ ਹੋ ਗਏ ਸੀ, ਜੇਕਰ ਉਹਨਾਂ ਨੂੰ ਹਲੇ ਕੰਮ ਨਹੀਂ ਮਿਲਿਆ, ਉਹਨਾਂ ਦਾ ਕੰਮ ਬੰਦ ਹੈ, ਹੋ ਸਕਦਾ ਹੈ ਕਿ ਉਹਨਾਂ ਨੂੰ ਇਸ ਪ੍ਰੋਗਰਾਮ ਅਧੀਨ ਹੁਣ 4 ਮਹੀਨਿਆਂ ਤੋਂ ਬਾਅਦ ਵੀ ਡਾਲਰ ਮਿਲਦੇ ਰਹਿਣ। ਇਹ ਆਪਣੇ ਆਪ ਦੇ ਵਿੱਚ ਇੱਕ ਕੈਨੇਡੀਅਨ ਲੋਕਾਂ ਦੇ ਵਾਸਤੇ ਵੱਡੀ ਖਬਰ ਹੈ ਤੇ ਸਰਕਾਰ ਅੱਜ ਕਸੂਤੀ ਸਥਿਤੀ ਵਿੱਚ ਹੈ। ਸਰਕਾਰ ਡਿੱਗ ਸਕਦੀ ਹੈ ਜੇਕਰ ਸਰਕਾਰ ਨੇ ਐਨਡੀਪੀ ਦੀ ਸ਼ਰਤ ਨਹੀਂ ਮੰਨੀ, ਕਿਉਂਕਿ ਐਨਡੀਪੀ ਨੇ ਸ਼ਰਤ ਇਸ ਵਕਤ ਟਰੂਡੋ ਸਰਕਾਰ ਦੇ ਸਾਹਮਣੇ ਰੱਖ ਦਿੱਤੀ ਹੈ, ਪਰੋਸ ਦਿੱਤੀ ਹੈ। ਹੁਣ ਇਹਦੇ ਨਾਲ ਹੀ ਜਿਸ ਤਰ੍ਹਾਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਕੈਨੇਡਾ ਦੇ ਵਿੱਚ ਵੀ ਨਸਲੀ ਵਿਤਕਰਾ ਕਿਤੇ ਨਾ ਕਿਤੇ ਹੋ ਰਿਹਾ ਹੈ। BC ਦੇ ਮੁੱਖ ਮੰਤਰੀ ਜੌਨ ਹੌਰਗਨ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ 45 ਸਾਲ ਪੁਰਾਣਾ ਪੁਲਿਸ ਐਕਟ ਹੈ, ਅਸੀਂ ਇਹਦਾ ਰਿਵਿਊ ਕਰ ਰਹੇ ਹਾਂ, ਤਬਦੀਲੀ ਕਰਾਂਗੇ। ਇਸੇ ਤਰ੍ਹਾਂ ਨਿਊ ਬਰਨਸਵਿਕ ਦੇ ਵਿੱਚੋਂ ਖਬਰ ਮਿਲ ਰਹੀ ਹੈ ਕਿ ਇੱਕ ਮੂਲ ਨਿਵਾਸੀ ਭਾਈਚਾਰੇ ਦਾ ਬੰਦਾ ਸੀ, ਉਹ ਕਿਸੇ ਦੇ ਘਰ ਹੋ ਰਿਹਾ ਸੀ ਬਾਰਬੀਕਿਊ ਤੇ ਗਿਆ, ਉੱਥੇ ਤੂੰ ਮੈਂ ਹੋ ਗਈ, ਉੱਥੇ ਪੁਲਿਸ ਆ ਗਈ, ਪੁਲਿਸ ਦੀ ਗੋਲੀ ਦਾ ਉਹ ਵਿਅਕਤੀ ਵੀ ਸ਼ਿਕਾਰ ਹੋ ਗਿਆ। ਹੁਣ ਇੱਕ ਵਾਰੀ ਫੇਰ ਪੁਲਿਸ ਕਚਹਿਰੀ ਵਿੱਚ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀਤਾ ਜਾਵੇ। ਪਰ ਜਿਹੜੀ ਐਟਲਾਂਟਾ ਦੇ ਵਿੱਚ ਇੱਕ ਵਾਰ ਫਿਰ ਤੋਂ ਇੱਕ ਵਿਅਕਤੀ ਦੀ ਪੁਲਿਸ ਦੀ ਗੋਲੀ ਕਾਰਨ ਮੌਤ ਹੋ ਗਈ ਹੈ। ਇੱਕ ਵਾਰੀ ਫੇਰ ਜਾਰਜ ਫਲੋਇਡ ਦੀ ਮੌਤ ਤੋਂ ਬਾਅਦ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਹੈ। ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕੀ ਅਪਡੇਟਸ ਹੁੰਦੀਆਂ ਨੇ, ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਭਰਾ।